ਆਨੰਦਮਈ ਜੀਵਨ ਜਿਉਣ ਲਈ ਸਿਹਤ ਦਾ ਕੀ ਯੋਗਦਾਨ ਹੈ? ਆਓ ਇਸ ਬਾਰੇ ਆਪਾਂ ਅੱਜ ਵਿਚਾਰ ਕਰੀਏ। ਇਹ ਇੱਕ ਸਥਾਪਿਤ ਤੱਥ ਹੈ ਕਿ ਮਾਨਸਿਕ ਸਿਹਤ ਸਰੀਰਕ ਸਿਹਤ ਨੂੰ ਪ੍ਰਭਾਵਿਤ ਕਰਦੀ ਹੈ ਤੇ ਇਸ ਦੇ ਉਲਟ ਵੀ, ਯਾਨੀ ਕਿ ਸਰੀਰਕ ਸਿਹਤ ਮਾਨਸਿਕ ਸਿਹਤ ਨੂੰ ਵੀ ਪ੍ਰਭਾਵਿਤ ਕਰਦੀ ਹੈ। ਹਰ ਕੋਈ ਸਰੀਰਕ ਸਿਹਤ ਬਾਰੇ ਜਾਣਦਾ ਹੈ, ਪਰ ਮਾਨਸਿਕ ਸਿਹਤ ਦੀ ਮਨੋਵਿਗਿਆਨੀਆਂ, ਬੌਧਿਕ ਵਿਗਿਆਨੀਆਂ ਜਾਂ ਨਿਊਰੋਲੋਜਿਸਟ ਦੁਆਰਾ ਕੋਈ ਇੱਕ ਪਰਿਭਾਸ਼ਾ ਨਹੀਂ ਹੈ। ਆਮ ਤੌਰ 'ਤੇ ਅਸੀਂ ਮਾਨਸਿਕ ਸਿਹਤ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕਰ ਸਕਦੇ ਹਾਂ: ਵਿਅਕਤੀ ਦੁਆਰਾ ਸਮਰੱਥ ਅਤੇ ਯੋਗ ਮਹਿਸੂਸ ਕਰਨਾ, ਤਣਾਅ ਦੇ ਆਮ ਪੱਧਰਾਂ ਨੂੰ ਸੰਭਾਲਣ ਦੇ ਯੋਗ ਹੋਣਾ, ਸੰਤੁਸ਼ਟ ਸੰਬੰਧ ਕਾਇਮ ਰੱਖਣਾ, ਸੁਤੰਤਰ ਜ਼ਿੰਦਗੀ ਜਿਉਣਾ ਅਤੇ ਮੁਸ਼ਕਲ ਹਾਲਾਤਾਂ 'ਤੇ ਕਾਬੂ ਪਾਉਣ ਦੇ ਯੋਗ ਹੋਣਾ। ਇਹ ਸਭ ਚੰਗੀ ਸਿਹਤ ਦੀਆਂ ਨਿਸ਼ਾਨੀਆਂ ਹਨ। ਮਾਨਸਿਕ ਸਿਹਤ ਵਿਅਕਤੀਗਤ ਤੰਦਰੁਸਤੀ ਲਈ, ਪਰਿਵਾਰਕ ਅਤੇ ਆਪਸੀ ਸਬੰਧਾਂ ਲਈ ਅਤੇ ਕਮਿਊਨਿਟੀ ਜਾਂ ਸਮਾਜ ਵਿੱਚ ਯੋਗਦਾਨ ਪਾਉਣ ਲਈ ਬਹੁਤ ਜ਼ਰੂਰੀ ਹੈ। ਮਾਨਸਿਕ ਸਿਹਤ ਚੰਗੀ ਸਰੀਰਕ ਸਿਹਤ ਕਾਇਮ ਰੱਖਣ ਦੀ ਸਾਡੀ ਯੋਗਤਾ ਵਿੱਚ ਪ੍ਰਮੁੱਖ ਭੂਮਿਕਾ ਅਦਾ ਕਰਦੀ ਹੈ। ਮਾਨਸਿਕ ਬਿਮਾਰੀਆਂ ਜਿਵੇਂ ਕਿ ਉਦਾਸੀ ਅਤੇ ਚਿੰਤਾ ਲੋਕਾਂ ਦੀ ਸਿਹਤ ਨੂੰ ਵਧਾਵਾ ਦੇਣ ਵਾਲੇ ਵਿਵਹਾਰਾਂ ਵਿੱਚ ਹਿੱਸਾ ਲੈਣ ਦੀ ਯੋਗਤਾ ਨੂੰ ਪ੍ਰਭਾਵਿਤ ਕਰਦੇ ਹਨ। ਇਸ ਦੇ ਉਲਟ ਸਰੀਰਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਕਿ ਪੁਰਾਣੀਆਂ ਬਿਮਾਰੀਆਂ ਮਾਨਸਿਕ ਸਿਹਤ 'ਤੇ ਗੰਭੀਰ ਪ੍ਰਭਾਵ ਪਾ ਸਕਦੀਆਂ ਹਨ। ਸਾਡੀ ਜ਼ਿੰਦਗੀ ਦਾ ਮਿਸ਼ਨ ਕੀ ਹੈ? ਮਨੋਰਥ ਕੀ ਹੈ? ਇਸ ਦਾ ਉੱਤਰ ਆਨੰਦਮਈ ਜ਼ਿੰਦਗੀ ਜਿਉਣਾ ਹੀ ਹੈ। ਆਨੰਦਮਈ ਜ਼ਿੰਦਗੀ ਜਿਉਣਾ ਇਸ ਦਾ ਉੱਤਰ ਹੈ। ਸਾਡੀ ਮਾਨਸਿਕ ਅਤੇ ਸਰੀਰਕ ਵਿਗਾੜਾਂ ਦਾ ਮੁੱਖ ਕਾਰਨ ਪਰਮਾਤਮਾ, ਉਸ ਦੇ ਹੁਕਮ, ਕੁਦਰਤ ਦੇ ਨਿਯਮਾਂ ਤੋਂ ਸਾਡਾ ਵਿਛੋੜਾ ਹੈ। ਆਨੰਦਮਈ ਜ਼ਿੰਦਗੀ ਜਿਉਣ ਲਈ ਸਾਨੂੰ ਰੱਬ ਨਾਲ ਮਿਲਾਪ ਕਰਨਾ ਜ਼ਰੂਰੀ ਹੈ। ਰੱਬ ਨਾਲ ਮਿਲਾਪ ਲਈ ਸਾਡੇ ਵਿੱਚ ਉਹ ਗੁਣ ਹੋਣੇ ਚਾਹੀਦੇ ਹਨ ਜਿਹੜੇ ਰੱਬ ਦੇ ਹਨ। ਉਹ ਰੱਬ ਹੈ ਕਿੱਥੇ ਤੇ ਉਸ ਦੇ ਗੁਣ ਕੀ ਹਨ ਜਿਸ ਨਾਲ ਅਸੀਂ ਮਿਲਾਪ ਕਰਨਾ ਹੈ? ਗੁਰਬਾਣੀ ਨੇ ਉਸ ਦਾ ਵੰਗ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਵੈਭੰ ਗੁਰ ਪ੍ਰਸਾਦ। ਅਕਾਲ ਪੁਰਖ ਇੱਕ ਹੈ ਜਿਸ ਦਾ ਨਾਮ ਹੋਂਦ ਵਾਲਾ ਹੈ, ਜੋ ਸ੍ਰਿਸ਼ਟੀ ਦਾ ਰਚਣਹਾਰ ਹੈ, ਜੋ ਸਭ ਵਿੱਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, ਭਾਵ ਜਿਸ ਦਾ ਸਰੀਰ ਨਾਸ ਰਹਿਤ ਹੈ, ਜੋ ਜੂਨਾਂ ਵਿੱਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ। ਗੁਰਬਾਣੀ ਨੇ ਇੰਝ ਉਸ ਰੱਬ ਦਾ ਸਰੂਪ ਵਰਣਨ ਕੀਤਾ ਹੈ। ਗੁਰੂ ਦੀ ਕਿਰਪਾ ਨਾਲ ਅਸੀਂ ਵਿਕਾਰਾਂ ਤੋਂ ਛੁਟਕਾਰਾ ਪਾ ਕੇ ਅਤੇ ਰੱਬੀ ਗੁਣਾਂ ਨੂੰ ਧਾਰਨ ਕਰਕੇ ਆਪਣੇ ਮਨ ਦੀ ਘਾੜਤ ਘੜ ਸਕਦੇ ਹਾਂ, ਇੱਕ ਸੰਪੂਰਨ ਸ਼ਖਸੀਅਤ ਬਣ ਸਕਦੇ ਹਾਂ ਅਤੇ ਇਸ ਤਰ੍ਹਾਂ ਪਰਮਾਤਮਾ ਨਾਲ ਮਿਲ ਸਕਦੇ ਹਾਂ। ਗੁਰੂ ਦੀ ਕਿਰਪਾ ਲੈਣ ਲਈ ਸਾਨੂੰ ਉਸ ਦੀਆਂ ਸਿੱਖਿਆਵਾਂ ਗੁਰਬਾਣੀ ਨੂੰ ਯਾਦ ਕਰਨਾ, ਜਪਣਾ, ਸੁਣਨਾ ਅਤੇ ਪੜ੍ਹਨਾ ਪਵੇਗਾ। ਇਹ ਜ਼ਰੂਰੀ ਹੈ। ਅੰਗ 1219 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਾਰੰਗ ਮਹੱਲਾ ਪੰਜਵਾਂ। ਆਇਓ ਸੁਣਨ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲਗੇ ਅਨ ਲਾਲਚ, ਬਿਰਥਾ ਜਨਮ ਪ੍ਰਾਣੀ। ਰਹਾਓ। ਇਹ ਭਾਈ, ਜਗਤ ਵਿੱਚ ਜੀਵ ਪਰਮਾਤਮਾ ਦੀ ਸਿਫਤ ਸਲਾਹ ਸੁਣਨ ਪੜ੍ਹਨ ਵਾਸਤੇ ਆਇਆ ਹੈ। ਇਹੀ ਹੈ ਇਸ ਦਾ ਅਸਲ ਜਨਮ ਮਨੋਰਥ। ਪਰ ਜਿਹੜੇ ਪ੍ਰਾਣੀ ਪਰਮਾਤਮਾ ਦਾ ਨਾਮ ਭੁਲਾ ਕੇ ਹੋਰ ਲਾਲਚ ਵਿੱਚ ਲੱਗੇ ਰਹਿੰਦੇ ਹਨ, ਉਹਨਾਂ ਦਾ ਮਨੁੱਖ ਜਨਮ ਵਿਅਰਥ ਚਲਾ ਜਾਂਦਾ ਹੈ। ਰਹਾਓ। ਗੁਰਬਾਣੀ ਨੂੰ ਯਾਦ ਕਰਨ,
ਜਪਣ, ਸੁਣਨ ਅਤੇ ਪੜ੍ਹਨ ਨਾਲ ਅਸੀਂ ਮਾਨਸਿਕ ਅਤੇ ਸਰੀਰਕ ਤੌਰ 'ਤੇ ਤੰਦਰੁਸਤ ਰਹਿੰਦੇ ਹਾਂ। ਅੰਗ 611 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸੋਰਠ ਮਹੱਲਾ ਪੰਜਵਾਂ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਕੋਟ ਬਿਗਨ ਲਾਥੇ ਪ੍ਰਭ ਸਰਣਾ, ਪ੍ਰਗਟ ਪਏ ਭਲੇ ਸੰਜੋਗਾ। ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਸੁਣੋ ਪੜੋ ਨਿਤ ਭਾਈ। ਗੁਰ ਪੂਰੇ ਤੂੰ ਰਾਖਿਆ। ਰਹਾਓ। ਹੇ ਭਾਈ, ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਆਪਣੇ ਪ੍ਰਭੂ ਦਾ ਨਾਮ ਸਿਮਰ ਕੇ ਮਨ ਅਤੇ ਸਰੀਰ ਨਰੋਏ ਹੋ ਜਾਂਦੇ ਹਨ, ਕਿਉਂਕਿ ਪ੍ਰਭੂ ਦੀ ਸ਼ਰਨ ਪਿਆ ਜੀਵਨ ਦੇ ਰਾਹ ਵਿੱਚ ਆਉਣ ਵਾਲੀਆਂ ਕਰੋੜਾਂ ਰੁਕਾਵਟਾਂ ਦੂਰ ਹੋ ਜਾਂਦੀਆਂ ਹਨ ਤੇ ਪ੍ਰਭੂ ਨਾਲ ਮਿਲਾਪ ਦੇ ਚੰਗੇ ਅਵਸਰ ਉਘੜ ਪੈਂਦੇ ਹਨ। ਹੇ ਭਾਈ, ਗੁਰੂ ਨੇ ਆਪਣਾ ਸ਼ਬਦ ਸੋਹਣਾ ਉਚਾਰਿਆ ਹੋਇਆ ਹੈ। ਇਹ ਸ਼ਬਦ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਹੈ। ਇਸ ਸ਼ਬਦ ਨੂੰ ਸਦਾ ਗਾਉਂਦੇ ਰਹੋ, ਸੁਣਦੇ ਰਹੋ, ਪੜ੍ਹਦੇ ਰਹੋ। ਜੇ ਉਦਮ ਕਰਦਾ ਰਹੇਗਾ ਤਾਂ ਯਕੀਨ ਰੱਖ, ਪੂਰੇ ਗੁਰੂ ਨੇ ਤੈਨੂੰ ਜੀਵਨ ਵਿੱਚ ਆਉਣ ਵਾਲੀਆਂ ਰੁਕਾਵਟਾਂ ਤੋਂ ਨਾਮ ਜਪਣਾ ਕੀ ਹੈ? ਨਾਮ ਜਪਣਾ, ਆਪਣੀ ਰਸਨਾ ਨਾਲ ਉੱਚੀ ਆਵਾਜ਼ ਵਿੱਚ ਨਾਮ ਉਚਾਰਨਾ ਤੇ ਉਸ ਨੂੰ ਆਪਣੇ ਕੰਨਾਂ ਨਾਲ ਇਕਾਗਰਤਾ ਨਾਲ ਸੁਣਨਾ। ਇਹ ਨਾਮ ਜਪਣਾ ਵਿਅਕਤੀਗਤ ਤੌਰ 'ਤੇ ਜਾਂ ਸਮੂਹਕ ਸੰਗਤੀ ਵੀ ਹੋ ਸਕਦਾ ਹੈ। ਨਾਮ ਜਪਣ ਨਾਲ ਸਾਡੇ ਮਾਨਸਿਕ ਅਤੇ ਸਰੀਰਕ ਰੋਗਾਂ ਦਾ ਨਾਸ ਹੋ ਜਾਂਦਾ ਹੈ। ਨਾਮ ਸਿਮਰਨ, ਸ਼ਾਂਤ ਚਿੱਤ ਹੋ ਕੇ ਗੁਰਬਾਣੀ ਦੇ ਅਰਥ, ਭਾਵ ਅਰਥ ਅਤੇ ਕੇਂਦਰੀ ਵਿਚਾਰ ਰਹਾਉ ਨੂੰ ਸਮਝਦਿਆਂ ਗੁਰਬਾਣੀ ਦਾ ਪਾਠ ਕਰਨਾ ਅਤੇ ਗੁਰਬਾਣੀ ਨੂੰ ਯਾਦ ਕਰਨਾ, ਇਹ ਨਾਮ ਸਿਮਰਨ ਹੈ। ਨਾਮ ਧਿਆਨ, ਗੁਰਬਾਣੀ 'ਤੇ ਧਿਆਨ ਕੇਂਦਰਿਤ ਕਰਕੇ ਆਪਣੇ ਜੀਵਨ ਸਫ਼ਰ ਨੂੰ ਆਨੰਦਮਈ ਬਣਾਉਣ ਲਈ ਪਰਮਾਤਮਾ ਅਕਾਲ ਪੁਰਖ ਨਾਲ ਮਿਲਾਪ ਕਰਨ ਦੇ ਨਿਸ਼ਚੇ ਨਾਲ ਇਹ ਸਾਡਾ ਮਿਸ਼ਨ ਹੋਵੇ ਕਿ ਅਸੀਂ ਉਸ ਪਰਮਾਤਮਾ ਅਕਾਲ ਪੁਰਖ ਨਾਲ ਮੇਲ ਕਰਨਾ ਹੈ। ਵਿਕਾਰਾਂ ਤੋਂ ਮੁਕਤ ਹੋਣ ਲਈ ਸਵੈ ਪਰਚੋਲ ਕਰਨਾ, ਰੱਬੀ ਗੁਣਾਂ ਭਰਪੂਰ ਆਚਰਣ ਨਿਰਮਾਣ ਲਈ ਆਪਣੇ ਦੁਆਰਾ ਅਪਣਾਈਆਂ ਜਾਣ ਵਾਲੀਆਂ ਰਣਨੀਤੀਆਂ ਅਤੇ ਉਸ ਨਿਸ਼ਚੇ ਨੂੰ ਪੂਰਾ ਕਰਨ ਲਈ ਆਪਣੇ ਦੁਆਰਾ ਰੋਜ਼ਾਨਾ ਜੀਵਨ ਵਿੱਚ ਕੀਤੇ ਜਾ ਰਹੇ ਯਤਨਾਂ ਦੀ ਯੋਜਨਾਬੰਦੀ, ਇਹ ਸਭ ਕੁਝ ਨਾਮ ਧਿਆਨ ਹੈ। ਚਲੋ ਹੁਣ ਕੁਝ ਵਿਚਾਰ ਇਸ ਮਨ ਬਾਰੇ ਕਰੀਏ। ਮਨ ਕੀ ਹੈ? ਮਨੋਵਿਗਿਆਨੀਆਂ ਅਤੇ ਬੌਧਿਕ ਵਿਗਿਆਨਕਾਂ ਦੁਆਰਾ ਮਨ ਦੀ ਕੋਈ ਇੱਕ ਪਰਿਭਾਸ਼ਾ ਨਹੀਂ ਦਿੱਤੀ ਗਈ। ਨਿਊਰੋਲੋਜਿਸਟ ਸਰੀਰਕ ਆਧਾਰ 'ਤੇ ਦਿਮਾਗੀ ਪ੍ਰਣਾਲੀ ਦਾ ਵਰਣਨ ਕਰਦੇ ਹਨ ਅਤੇ ਦੱਸਦੇ ਹਨ ਕਿ ਇਹ ਕਿਵੇਂ ਰਸਾਇਣਕ ਕਿਰਿਆਵਾਂ ਰਾਹੀਂ ਕੰਮ ਕਰਦਾ ਹੈ। ਮਨ ਦੀ ਸਹੀ ਪਰਿਭਾਸ਼ਾ ਉਪਲਬਧ ਨਹੀਂ ਹੈ, ਪਰ ਗੁਰੂ ਸਾਹਿਬ ਜੀ ਨੇ ਮਨ ਬਾਰੇ ਇੰਝ ਸਮਝਾਇਆ ਹੈ। ਅੰਗ 441 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਮੂਲ ਪਛਾਣੈ ਤਾਂ ਸਹੁ ਜਾਣੈ, ਮਰਨ ਜੀਵਨ ਕੀ ਸੋਝੀ ਹੋਈ। ਗੁਰ ਪ੍ਰਸਾਦੀ ਏਕੋ ਜਾਣੇ, ਤਾਂ ਦੂਜਾ ਭਾਉ ਨ ਹੋਈ। ਮਨ ਸਾਤ ਆਈ ਵੱਜੀ ਵਧਾਈ, ਤਾਂ ਹੋਆ ਪ੍ਰਵਾਣ। ਇਉਂ ਕਹੇ ਨਾਨਕ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਉਂ ਕਹੇ ਨਾਨਕ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਹੇ ਮੇਰੇ ਮਨ, ਤੂੰ ਉਸ ਪਰਮਾਤਮਾ ਦੀ ਅੰਸ਼ ਹੈ, ਉਸ ਦਾ ਰੈਪਲਿਕਾ ਹੈ ਜੋ ਨਿਰਾ ਹੀ ਨੂਰ ਹੈ। ਹੇ ਮਨ, ਆਪਣੀ ਉਸ ਅਸਲੇ ਨਾਲ ਸਾਂਝ ਬਣਾ। ਹੇ ਮਨ, ਉਸ ਪਰਮਾਤਮਾ
ਉਹ ਪਰਮਾਤਮਾ ਸਦਾ ਤੇਰੇ ਅੰਗ ਸੰਗ ਵਸਦਾ ਹੈ। ਗੁਰੂ ਦੀ ਮੱਤ ਲੈ ਕੇ ਉਸ ਦੇ ਮਿਲਾਪ ਦਾ ਸਵਾਦ ਲੈ। ਹੇ ਮਨ, ਜੇ ਤੂੰ ਆਪਣਾ ਅਸਲਾ ਸਮਝ ਲਏ ਤਾਂ ਉਸ ਖਸਮ ਪ੍ਰਭੂ ਨਾਲ ਤੇਰੀ ਡੂੰਘੀ ਜਾਣ ਪਛਾਣ ਬਣ ਜਾਏਗੀ। ਤਦੋਂ ਤੈਨੂੰ ਇਹ ਸਮਝ ਵੀ ਆ ਜਾਏਗੀ ਕਿ ਆਤਮਕ ਮੌਤ ਕੀ ਚੀਜ਼ ਹੈ ਤੇ ਆਤਮਕ ਜ਼ਿੰਦਗੀ ਕੀ ਚੀਜ਼ ਹੈ। ਹੇ ਮਨ, ਜੇ ਗੁਰੂ ਦੀ ਕਿਰਪਾ ਨਾਲ ਇੱਕ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਏ ਤਾਂ ਤੇਰੇ ਅੰਦਰ ਪਰਮਾਤਮਾ ਤੋਂ ਬਿਨਾਂ ਕੋਈ ਹੋਰ ਮੋਹ ਪ੍ਰਬਲ ਨਹੀਂ ਹੋ ਸਕੇਗਾ। ਜਦੋਂ ਮਨੁੱਖ ਦੇ ਮਨ ਵਿੱਚ ਸ਼ਾਂਤੀ ਪੈਦਾ ਹੋ ਜਾਂਦੀ ਹੈ, ਜਦੋਂ ਇਸ ਦੇ ਅੰਦਰ ਚੜ੍ਹਦੀ ਕਲਾ ਪ੍ਰਬਲ ਹੋ ਜਾਂਦੀ ਹੈ, ਤਦੋਂ ਇਹ ਪ੍ਰਭੂ ਦੀ ਹਜ਼ੂਰੀ ਵਿੱਚ ਕਬੂਲ ਹੋ ਜਾਂਦਾ ਹੈ। ਗੁਰੂ ਸਾਹਿਬ ਜੀ ਇਉਂ ਦੱਸਦੇ ਨੇ, ਹੇ ਮੇਰੇ ਮਨ, ਤੂੰ ਉਸ ਪਰਮਾਤਮਾ ਦੀ ਅੰਸ਼ ਹੈ ਜੋ ਨਿਰਾ ਚਾਨਣ ਹੀ ਚਾਨਣ ਹੈ। ਹੇ ਮਨ, ਆਪਣੇ ਉਸ ਅਸਲੇ ਨਾਲ ਸਾਂਝ ਬਣਾ। ਗੁਰੂ ਸਾਹਿਬ ਨੇ ਮਨ ਨੂੰ ਬਿਲਕੁਲ ਰੱਬ ਦਾ ਹੀ ਰੂਪ ਦੱਸਿਆ ਹੈ। ਰੱਬ ਦਾ ਅਧਿਕਾਰ ਖੇਤਰ ਸਾਰਾ ਬ੍ਰਹਿਮੰਡ ਹੈ। ਮੇਰੇ ਮਨ ਦਾ ਅਧਿਕਾਰ ਖੇਤਰ ਕੇਵਲ ਮੇਰਾ ਸਰੀਰ ਹੈ। ਰੱਬ ਆਪਣੇ ਕੁਦਰਤ ਦੇ ਨਿਯਮਾਂ ਹੁਕਮ ਦੁਆਰਾ ਬ੍ਰਹਿਮੰਡ ਨੂੰ ਨਿਯੰਤਰਿਤ ਕਰਦਾ ਹੈ। ਮੇਰਾ ਮਨ ਮੇਰੇ ਸਰੀਰ ਦਾ ਨਿਯੰਤਰਕ, ਨਿਰਦੇਸ਼ਕ, ਡਰਾਈਵਰ ਯਾਨੀ ਕਿ ਮੇਰੇ ਮਨ ਮੇਰੀ ਬਾਡੀ ਦਾ ਹੁਕਮੀ ਹੈ। ਮੇਰੀ ਬਾਡੀ ਉੱਪਰ ਹੁਕਮ ਇਸ ਮਨ ਦਾ ਚੱਲਦਾ ਹੈ। ਸਾਡੇ ਜਨਮ ਲੈਣ ਤੋਂ ਲੈ ਕੇ ਸਾਡਾ ਮਨ ਚੌਗਿਰਦੇ ਤੋਂ ਗਿਆਨ ਇੰਦਰੀਆਂ ਦੁਆਰਾ ਇਨਪੁਟ ਜਾਣਕਾਰੀਆਂ ਪ੍ਰਾਪਤ ਕਰਨੀਆਂ ਸ਼ੁਰੂ ਕਰ ਦਿੰਦਾ ਹੈ। ਇਕੱਤਰ ਕੀਤੀਆਂ ਗਈਆਂ ਇਨਪੁਟ ਨੂੰ, ਇਹਨਾਂ ਜਾਣਕਾਰੀਆਂ ਨੂੰ ਉਹ ਪ੍ਰੋਸੈਸ ਯਾਨੀ ਕਿ ਪ੍ਰਕਿਰਿਆਵਾਂ ਰਾਹੀਂ ਆਦਤਾਂ ਦੇ ਰੂਪ ਵਿੱਚ ਯਾਦ ਕਰ ਲੈਂਦਾ ਹੈ, ਸਟੋਰ ਕਰ ਲੈਂਦਾ ਹੈ, ਬਿਲਕੁਲ ਇੱਕ ਕੰਪਿਊਟਰ ਦੀ ਤਰ੍ਹਾਂ। ਇਹਨਾਂ ਆਦਤਾਂ ਨੂੰ ਹੀ ਅਸੀਂ ਮੱਥੇ ਲਿਖੇ ਲੇਖ, ਪੂਰਬਲੇ ਲੇਖ, ਭਾਗ, ਪੂਰਬਲੇ ਸੰਸਕਾਰ ਕਹਿੰਦੇ ਹਾਂ। ਇਸੇ ਲਈ ਇੱਕ ਵਾਰ ਬਣੀਆਂ ਆਦਤਾਂ ਨੂੰ ਬਦਲਣਾ ਮੁਸ਼ਕਲ ਹੈ, ਹਾਲਾਂਕਿ ਗੁਰੂ ਦੀ ਕਿਰਪਾ ਨਾਲ ਇਹਨਾਂ ਨੂੰ ਬਦਲਣਾ ਸੰਭਵ ਹੈ। ਮਨ ਦੇ ਹੋਰ ਗੁਣ। ਪਹਿਲਾ, ਰੱਬੀ ਨਾਮ ਯਾਨੀ ਕਿ ਰੱਬੀ ਗੁਣਾਂ ਦਾ ਗੁਣ ਗਾਇਨ ਸਾਡੇ ਮਨ ਦੀ ਖੁਰਾਕ, ਸਫ਼ਰ ਖਰਚਾ ਹੈ। ਸਾਡੇ ਮਨ ਦੀ ਖੁਰਾਕ ਕੀ ਹੈ? ਰੱਬੀ ਨਾਮ। ਅੰਗ 756 ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਸਾਹਿਬ ਦੱਸਦੇ ਨੇ, ਮਨ ਕਾ ਤੋ ਹਰ ਨਾਮ ਹੈ, ਹਿਰਦੇ ਰੱਖੋ ਸਮਾਲ, ਇਹ ਖਰਚ ਅਖੁੱਟ ਹੈ, ਗੁਰਮੁਖ ਨਿਭੈ ਨਾਲ। ਹੇ ਭਾਈ, ਮਨੁੱਖ ਦੇ ਮਨ ਵਾਸਤੇ ਪਰਮਾਤਮਾ ਦਾ ਨਾਮ ਹੀ ਖੁਰਾਕ, ਸਫ਼ਰ ਖਰਚਾ ਹੈ। ਇਸ ਸਫ਼ਰ ਖਰਚ ਨੂੰ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖੋ। ਇਹ ਖਰਚ ਕਦੇ ਮੁੱਕਣ ਵਾਲਾ ਨਹੀਂ ਹੈ। ਜਿਹੜਾ ਮਨੁੱਖ ਗੁਰੂ ਦੇ ਦੱਸੇ ਰਸਤੇ ਉੱਤੇ ਤੁਰਦਾ ਹੈ, ਉਸ ਦੇ ਨਾਲ ਇਹ ਸਦਾ ਲਈ ਸਾਥ ਬਣਾਉਂਦਾ ਹੈ। ਦੂਜਾ ਪੁਆਇੰਟ ਇਹ ਹੈ ਮਨ ਬਾਰੇ, ਜੋ ਵੀ ਜਾਣਕਾਰੀਆਂ ਯਾਨੀ ਕਿ ਇਨਪੁਟ ਸਾਡਾ ਮਨ ਚੌਗਿਰਦੇ ਤੋਂ ਪ੍ਰਾਪਤ ਕਰਦਾ ਹੈ, ਇਹ ਉਸ ਨੂੰ ਪ੍ਰੋਸੈਸ, ਪ੍ਰਕਿਰਿਆ ਕਰਕੇ ਸਾਡੇ ਅੰਗਾਂ, ਗਿਆਨ ਇੰਦਰੀਆਂ ਨੂੰ ਉਸ ਅਨੁਸਾਰ ਕੰਮ ਕਰਨ ਲਈ ਕਹਿੰਦਾ ਹੈ। ਸਾਡਾ ਸਰੀਰ ਉਸੇ ਅਨੁਸਾਰ ਕੰਮ ਕਰਦਾ ਹੈ। ਅੰਗ 755 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ, ਇਹ ਮਨ ਜੈਸਾ ਸੇਵੇ ਤੈਸਾ ਹੋਵੇ, ਤੇਹੇ ਕਰਮ ਕਮਾਏ, ਆਪ ਬੀਜ ਆਪੇ ਹੀ ਖਾਵਣਾ, ਕਹਿਣਾ ਕਛੂ ਨ ਜਾਏ। ਹੇ ਮੇਰੇ ਮਨ, ਤੂੰ ਜਿਹੋ ਜਿਹੇ ਦੀ ਸੇਵਾ ਭਗਤੀ ਕਰੇਂਗਾ, ਉਹ ਜਿਹੇ ਕਰਮ ਕਮਾ ਕੇ ਉਹ ਜਿਹਾ ਬਣ ਜਾਏਗਾ। ਪ੍ਰਭੂ ਦੀ ਰਜ਼ਾ ਵਿੱਚ ਇਹ ਨਿਯਮ ਹੈ ਕਿ ਜੀਵ ਨੇ ਇਸ ਕਰਮ ਭੂਮੀ ਸਰੀਰ ਵਿੱਚ ਆਪ ਬੀਜ ਕੇ ਆਪ ਹੀ ਉਸ ਦਾ ਫਲ ਖਾਣਾ ਹੁੰਦਾ ਹੈ। ਇਸ ਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ। ਤੀਜਾ ਪੁਆਇੰਟ ਮਨ ਬਾਰੇ ਹੈ ਕਿ ਸਾਡੇ ਮਾਨਸਿਕ ਅਤੇ ਸਰੀਰਕ ਵਿਗਾੜਾਂ ਦਾ
ਜਿੰਨੇ ਵੀ ਸਾਡੇ ਮਾਨਸਿਕ ਤੇ ਸਰੀਰਕ ਵਿਕਾਰ ਡਿਸਆਰਡਰਸ ਹੁੰਦੇ ਨੇ, ਉਹਨਾਂ ਦਾ ਮੁੱਖ ਕਾਰਨ ਸਾਡੇ ਮਨ ਵਿੱਚ ਨਾਮ ਦੀ ਖੁਰਾਕ ਦੀ ਘਾਟ ਹੈ। ਕਿਉਂਕਿ ਸਾਡੇ ਮਨ ਦੀ ਖੁਰਾਕ ਕੀ ਹੈ? ਰੱਬ ਦਾ ਨਾਮ। ਇਹ ਰੋਗ ਨਾਮ ਦੀ ਖੁਰਾਕ ਯਾਨੀ ਕਿ ਉਸ ਨੂੰ ਇਨਪੁਟ ਦਿੱਤੀ ਜਾਵੇ ਮਨ ਨੂੰ, ਨਾਮ ਦੀ ਖੁਰਾਕ ਨਾਲ ਠੀਕ ਕੀਤੇ ਜਾ ਸਕਦੇ ਹਨ। ਅੰਗ 274 ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਸਾਹਿਬ ਦੱਸਦੇ ਨੇ, ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ। ਪ੍ਰਭੂ ਦਾ ਨਾਮ ਸਾਰੇ ਰੋਗਾਂ ਦੀ ਦਵਾਈ ਹੈ। ਪ੍ਰਭੂ ਦੇ ਗੁਣ ਗਾਉਣੇ ਚੰਗੇ ਭਾਗਾਂ ਤੇ ਸੁਖ ਦਾ ਰੂਪ ਹੈ। ਚੌਥਾ ਪੁਆਇੰਟ ਮਨ ਬਾਰੇ ਹੈ ਕਿ ਮਨ ਸਾਡਾ ਭਟਕਦਾ ਕਿਉਂ ਹੈ? ਮਨ ਦਾ ਭਟਕਣਾ। ਯੋਸ਼ੂਆ ਸ਼ੈਫਰਡ ਦੇ ਅਨੁਸਾਰ ਜਦੋਂ ਸਾਡਾ ਮੌਜੂਦਾ ਟੀਚਾ ਨਾ ਕਾਫੀ ਫਲਦਾਇਕ ਮੰਨਿਆ ਜਾਂਦਾ ਹੈ, ਬੋਧ ਕੰਟਰੋਲ ਪ੍ਰਣਾਲੀ ਇੱਕ ਨਵੇਂ ਵਧੇਰੇ ਲਾਭਕਾਰੀ ਟੀਚੇ ਦੀ ਭਾਲ ਸ਼ੁਰੂ ਕਰਦੀ ਹੈ। ਇਹ ਨਵੀਂ ਭਾਲ ਹੀ ਮਨ ਭਟਕਣ ਦੀ ਪ੍ਰਕਿਰਿਆ ਹੈ। ਇਸ ਲਈ ਆਪਣੇ ਮਨ ਦੀ ਭਟਕਣਾ ਬੰਦ ਕਰਨ ਲਈ ਯਾਨੀ ਕਿ ਕਨਸੈਂਟਰੇਸ਼ਨ ਵਾਸਤੇ ਆਪਣੀ ਜ਼ਿੰਦਗੀ ਦਾ ਮੁੱਖ ਮਿਸ਼ਨ, ਜਿਹੜਾ ਕੰਮ ਤੁਸੀਂ ਕਰ ਰਹੇ ਹੋ ਉਸ ਦਾ ਮੁੱਖ ਮਿਸ਼ਨ 'ਤੇ ਧਿਆਨ ਕੇਂਦਰਿਤ ਕਰੋ। ਜਦੋਂ ਗੁਰਬਾਣੀ ਨੂੰ ਯਾਦ ਕਰੋ ਜਾਂ ਪਾਠ ਕਰਦਿਆਂ ਆਪਣਾ ਮੁੱਖ ਮਿਸ਼ਨ ਕੀ ਹੋਏਗਾ? ਤੁਹਾਡਾ ਪਰਮਾਤਮਾ ਨਾਲ ਮਿਲਾਪ ਦੁਆਰਾ ਆਨੰਦਮਈ ਜ਼ਿੰਦਗੀ ਬਤੀਤ ਕਰਨਾ। ਇਹ ਸਾਡਾ ਮੁੱਖ ਮਿਸ਼ਨ ਹੋਏਗਾ। ਜਦੋਂ ਇਹ ਮਿਸ਼ਨ ਸਾਹਮਣੇ ਹੋਏਗਾ ਤਾਂ ਕਦੇ ਵੀ ਤੁਹਾਡਾ ਮਨ ਭਟਕੇਗਾ ਨਹੀਂ, ਗੁਰਬਾਣੀ ਵਿੱਚ ਲੱਗੇਗਾ। ਇਸੇ ਤਰ੍ਹਾਂ ਵਿਦਿਆਰਥੀ ਆਪਣੇ ਮੁੱਖ ਮਿਸ਼ਨ ਵਜੋਂ ਆਪਣੀ ਪੜ੍ਹਾਈ ਅਤੇ ਇੱਕ ਵਰਕਰ ਜਿਹੜਾ ਕੰਮ ਕਰ ਰਿਹਾ ਹੈ ਉਸ ਦਾ ਮੁੱਖ ਮਿਸ਼ਨ ਕਿਰਤ ਕਰਨ 'ਤੇ ਧਿਆਨ ਕੇਂਦਰਿਤ ਕਰਨਾ ਹੋਏਗਾ। ਇਸ ਤਰ੍ਹਾਂ ਸਾਡਾ ਮਨ ਹਥਲੇ ਟੀਚੇ ਤੋਂ ਨਹੀਂ ਭਟਕੇਗਾ। ਵਿਕਾਰਾਂ ਦਾ ਕੀ ਪ੍ਰਭਾਵ ਪੈਂਦਾ ਹੈ ਸਿਹਤ ਉੱਪਰ? ਆਓ ਇਸ 'ਤੇ ਕੁਝ ਵਿਚਾਰ ਕਰੀਏ। ਸਿਹਤ ਉੱਤੇ ਵਿਕਾਰਾਂ ਦਾ ਪ੍ਰਭਾਵ। ਵਾਇਸਿਸ। ਜਿਵੇਂ ਕਿ ਪਹਿਲਾਂ ਹੀ ਦੱਸਿਆ ਗਿਆ ਹੈ, ਮਨ ਦੀ ਖੁਰਾਕ ਰੱਬੀ ਇਨਾਮ ਹੈ, ਰੱਬੀ ਗੁਣ ਹਨ। ਭਈ ਉਦੋਂ ਕੀ ਹੁੰਦਾ ਹੈ ਜਦੋਂ ਮਨ ਨੂੰ ਇਹ ਰੱਬੀ ਗੁਣਾਂ ਦੀ ਨਾਮ ਦੀ ਜਗ੍ਹਾ 'ਤੇ ਜੇਕਰ ਵਿਕਾਰਾਂ ਦੀ ਖੁਰਾਕ ਇਨਪੁਟ ਮਿਲ ਜਾਂਦੀ ਹੈ ਤੇ ਫਿਰ ਸਾਡਾ ਮਨ ਕੀ ਕਰਦਾ ਹੈ? ਇੱਕ ਸਾਇੰਸਦਾਨ ਹੋਇਆ ਹੈ ਟੌਡ ਫੁਲਸਟਨ ਤੇ ਉਹਦੇ ਸਾਥੀਆਂ ਦੁਆਰਾ ਅਗਸਤ 2017 ਵਿੱਚ ਜਰਨਲ ਆਫ ਐਂਡੋਕ੍ਰਿਨੋਲੋਜੀ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਇਹ ਦਰਸਾਇਆ ਗਿਆ ਹੈ ਕਿ ਅਲਕੋਹਲ ਦਾ ਸੇਵਨ, ਤੰਬਾਕੂਨੋਸ਼ੀ ਅਤੇ ਮੋਟਾਪਾ ਵਰਗੇ ਸਭ ਤੋਂ ਆਮ ਵਿਕਾਰ ਮਨੁੱਖ ਦੀ ਪ੍ਰਜਨਨ ਸ਼ਕਤੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਅਤੇ ਸ਼ੁਕਰਾਣੂ ਦੇ ਐਪੀਜੀਨੋਮ ਨੂੰ ਬਦਲਣ ਨਾਲ ਉਹਨਾਂ ਦੇ ਬੱਚਿਆਂ ਦੀ ਸਿਹਤ ਲਈ ਖਤਰੇ ਪੈਦਾ ਕਰ ਸਕਦੇ ਹਨ। ਇਸ ਦੀ ਤੁਸੀਂ ਰੈਫਰੈਂਸ ਐਂਡੋਕ੍ਰਿਨੋਲੋਜੀ ਵੋਲੀਅਮ 234 ਅੰਕ 2 ਦੇ 2017 ਦੇ ਜਰਨਲ ਵਿੱਚ ਦੇਖ ਸਕਦੇ ਹੋ। ਗੁਰੂ ਸਾਹਿਬ ਨੇ ਸਮਝਾਇਆ ਹੈ ਕਿ ਸਾਨੂੰ ਅਜਿਹਾ ਭੋਜਨ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਜੋ ਸਾਡੇ ਸਰੀਰ ਨੂੰ ਬਿਮਾਰੀਆਂ ਦਾ ਕਾਰਨ ਬਣਦਾ ਹੈ ਅਤੇ ਸਾਡੇ ਮਨ ਨੂੰ ਵਿਕਾਰਾਂ ਵੱਲ ਪ੍ਰੇਰਿਤ ਕਰਦਾ ਹੈ। ਕੁਦਰਤ ਦੇ ਨਿਯਮਾਂ, ਰੱਬੀ ਹੁਕਮ ਦੀ ਪਾਲਣਾ ਕਰਨੀ ਚਾਹੀਦੀ ਹੈ। ਅੰਗ 16 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਸਾਹਿਬ ਜੀ ਦੱਸਦੇ ਪਏ ਨੇ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ, ਮਨ ਮੈਂ ਚਲੇ ਵਿਕਾਰ ਰਹਾਉ। ਇਹ ਭਾਈ, ਜਿਨ੍ਹਾਂ ਪਦਾਰਥਾਂ ਦੇ ਖਾਣ ਨਾਲ ਸਰੀਰ ਰੋਗੀ ਹੋ ਜਾਂਦਾ ਹੈ ਤੇ ਮਨ ਵਿੱਚ ਵੀ ਕਈ ਮੰਦੇ ਖਿਆਲ ਤੁਰ ਪੈਂਦੇ ਹਨ, ਉਹਨਾਂ ਪਦਾਰਥਾਂ ਨੂੰ ਖਾਣ ਨਾਲ ਖੁਆਰ ਹੋਈਦਾ ਹੈ। ਰਹਾਉ। ਆਓ ਹੁਣ ਵਿਚਾਰ ਕਰੀਏ ਕਿ ਕਸਰਤ ਦਾ ਸਿਹਤ 'ਤੇ ਕੀ ਪ੍ਰਭਾਵ ਪੈਂਦਾ ਹੈ। ਸਿਹਤ 'ਤੇ ਕਸਰਤ ਦਾ ਪ੍ਰਭਾਵ। ਸਰੀਰਕ ਗਤੀਵਿਧੀ ਕਿਸੇ ਵੀ ਰੂਪ ਵਿੱਚ ਸਾਨੂੰ ਸਰੀਰਕ ਤੌਰ 'ਤੇ ਤੰਦਰੁਸਤ ਰੱਖਣ ਦੇ ਨਾਲ ਸਾਡੀ ਮਾਨਸਿਕ ਤੰਦਰੁਸਤੀ ਵਿੱਚ ਸੁਧਾਰ ਦਾ ਇੱਕ ਵਧੀਆ ਢੰਗ ਹੈ। ਖੋਜ ਦਰਸਾਉਂਦੀ ਹੈ
ਕਿ ਕਸਰਤ ਕਰਨ ਨਾਲ ਦਿਮਾਗ ਵਿੱਚ ਐਂਡੋਰਫਿਨਸ ਨਾਮਕ ਖੁਸ਼ੀ ਮਹਿਸੂਸ ਕਰਵਾਉਣ ਵਾਲੇ ਰਸਾਇਣ ਬਣਦੇ ਹਨ, ਜਿਸ ਨਾਲ ਵਿਅਕਤੀ ਤੰਦਰੁਸਤ ਮਹਿਸੂਸ ਕਰਦਾ ਹੈ। ਇਹ ਕਸਰਤ ਕਰਨ ਦੇ ਨਾਲ ਦਿਮਾਗ ਵਿੱਚ ਐਂਡੋਰਫਿਨਸ ਨਾਮਕ ਜਿਹੜੇ ਰਸਾਇਣ ਬਣਦੇ ਹਨ। ਜੇ ਮਾੜੀ ਸਰੀਰਕ ਸਿਹਤ ਦੇ ਨਤੀਜੇ ਵਜੋਂ ਅਸੀਂ ਕਸਰਤ ਦੇ ਸਧਾਰਨ ਪੱਧਰ ਨੂੰ ਕਾਇਮ ਰੱਖਣ ਦੇ ਯੋਗ ਨਹੀਂ ਹੁੰਦੇ, ਜਦੋਂ ਬਿਮਾਰ ਹੋ ਜਾਂਦੇ ਹਾਂ, ਤਾਂ ਇਸ ਦਾ ਮਤਲਬ ਹੈ ਕਿ ਸਾਨੂੰ ਹੁਣ ਐਂਡੋਰਫਿਨ ਦੀ ਖੁਰਾਕ ਨਹੀਂ ਮਿਲ ਰਹੀ। ਇਹ ਸਾਨੂੰ ਚਿੰਤਾ, ਡਿਪਰੈਸ਼ਨ ਜਿਸ ਨੂੰ ਅਸੀਂ ਕਹਿੰਦੇ ਹਾਂ, ਤਣਾਅ, ਐਂਗਜ਼ਾਇਟੀ ਵੱਲ ਧੱਕ ਦੇਵੇਗਾ। ਜਦ ਤੱਕ ਜਾਂ ਤਾਂ ਅਸੀਂ ਕਸਰਤ ਕਰੀਏ ਅਤੇ ਜਾਂ ਫਿਰ ਆਪਣੇ ਮਹਾਨ ਗੁਰੂ ਜੀ ਦੇ ਉਪਦੇਸ਼ਾਂ ਨਾਲ ਮਨ ਨੂੰ ਨਾਮ ਜਪਣ ਦੀ ਖੁਰਾਕ ਦਈਏ ਅਤੇ ਫਿਰ ਉਹ ਐਂਡੋਰਫਿਨਸ ਬਣ ਜਾਣਗੇ। ਮਾਨਸਿਕ ਸਿਹਤ ਲਈ ਮਨ ਨੂੰ ਰੱਬੀ ਨਾਮ ਦੀ ਖੁਰਾਕ ਦੇਣ ਤੋਂ ਇਲਾਵਾ ਦੂਜੇ ਗੁਰੂ ਅੰਗਦ ਜੀ ਨੇ ਇਲਾਕਾ ਨਿਵਾਸੀਆਂ ਦੀ ਸਰੀਰਕ ਸਿਹਤ ਨੂੰ ਕਾਇਮ ਰੱਖਣ ਲਈ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਖਡੂਰ ਸਾਹਿਬ ਵਿਖੇ ਕੁਸ਼ਤੀ ਅਖਾੜੇ ਦੀ ਸਥਾਪਨਾ ਕੀਤੀ। ਉੱਥੇ ਹੁਣ ਅੱਜ ਕੱਲ੍ਹ ਗੁਰਦੁਆਰਾ ਮੱਲ ਅਖਾੜਾ ਸਾਹਿਬ ਸੁਸ਼ੋਭਿਤ ਹੈ। 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖਾਂ ਨੂੰ ਤਲਵਾਰਬਾਜ਼ੀ, ਪਹਿਲਵਾਨੀ ਅਤੇ ਵਧੀਆ ਘੋੜਸਵਾਰ ਬਣਨ ਲਈ ਕਿਹਾ। ਬਾਅਦ ਵਿੱਚ ਸਿੱਖਾਂ ਨੂੰ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੁਆਰਾ ਸੰਤ ਸਿਪਾਹੀ ਬਣਾ ਦਿੱਤਾ ਗਿਆ। ਸੰਤ ਸਿਪਾਹੀ ਮਨੁੱਖੀ ਸ਼ਖਸੀਅਤ ਦਾ ਸਿਖਰ ਹੈ, ਜੋ ਵਿਕਾਰਾਂ ਤੋਂ ਮੁਕਤੀ ਪਾ ਕੇ ਰੱਬੀ ਗੁਣਾਂ ਦੇ ਨਾਲ ਸੱਜਿਆ ਹੋਇਆ ਅੰਦਰੂਨੀ ਤੌਰ 'ਤੇ ਅਤੇ ਪੂਰੀ ਤਰ੍ਹਾਂ ਨਾਲ ਤਿਆਰ ਹੈ ਮੁਕਾਬਲਾ ਕਰਨ ਲਈ ਜ਼ੁਲਮ ਕਰਨ ਵਾਲਿਆਂ ਨਾਲ ਬਾਹਰੀ ਤੌਰ 'ਤੇ। ਆਨੰਦਮਈ ਜ਼ਿੰਦਗੀ ਜਿਉਣ ਲਈ ਅਤੇ ਰੱਬ ਨਾਲ ਮਿਲਾਪ ਲਈ ਸਾਨੂੰ ਸੰਤ ਸਿਪਾਹੀ ਬਣਨਾ ਚਾਹੀਦਾ ਹੈ। ਇਸ ਮਿਸ਼ਨ ਨੂੰ ਪ੍ਰਾਪਤ ਕਰਨ ਲਈ ਸਿੱਖ ਧਰਮ ਦੇ ਸਿੱਖ ਪੰਥ ਦੇ 3 ਸੁਨਹਿਰੀ ਸਿਧਾਂਤ ਨਾਮ ਜਪਣ, ਕਿਰਤ ਕਰਨ ਅਤੇ ਵੰਡ ਕੇ ਛਕਣ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਜ਼ਰੂਰੀ ਹੈ। ਗੁਰੂ ਸਾਹਿਬ ਨੇ ਸਾਨੂੰ ਆਪਣੇ ਸਰੀਰ ਨੂੰ ਵਿਗਾੜਨ ਤੋਂ ਮਨ੍ਹਾ ਕੀਤਾ ਹੈ, ਕਿਉਂਕਿ ਰੱਬ ਸੰਪੂਰਨ ਸਿਰਜਣਹਾਰ ਹੈ ਅਤੇ ਉਸ ਦੀ ਸਿਰਜਣਾ ਵਿੱਚ ਕੋਈ ਖੋਟ, ਅਧੂਰਾਪਨ ਨਹੀਂ ਹੈ। ਜੇ ਸਰੀਰ ਦੇ ਕਿਸੇ ਅੰਗ ਜਾਂ ਅੰਗ ਦੀ ਜ਼ਰੂਰਤ ਨਹੀਂ ਹੈ, ਪਰਮਾਤਮਾ ਇਸ ਨੂੰ ਅਨੁਸਾਰੀ ਅੰਗ, ਜਿਸ ਨੂੰ ਅਸੀਂ ਵੈਸਟੀਜੀਅਲ ਆਰਗਨ ਕਹਿੰਦੇ ਹਾਂ, ਬਣਾ ਦਿੰਦਾ ਹੈ ਜਾਂ ਇੱਕ ਸਮੇਂ ਦੇ ਅਰਸੇ ਬਾਅਦ ਇਸ ਨੂੰ ਆਪਣੇ ਆਪ ਹੀ ਹਟਾ ਦਿੰਦਾ ਹੈ। ਜਿਨ੍ਹਾਂ ਅੰਗਾਂ ਦੀ ਜ਼ਰੂਰਤ ਨਹੀਂ ਹੁੰਦੀ ਉਹਨਾਂ ਦੀ, ਯਾਨੀ ਕਿ ਵੈਸਟੀਜੀਅਲ ਆਰਗਨ ਦੀ। ਇਹ ਕੰਮ ਰੱਬ ਦਾ ਹੈ ਕਿ ਉਸਨੇ ਕਿਹੜੇ ਅੰਗ ਰੱਖਣੇ ਹਨ ਜਾਂ ਨਹੀਂ। ਸਾਡਾ ਫਰਜ਼ ਉਸ ਦਾ ਹੁਕਮ ਮੰਨਣਾ ਹੈ। ਉਦਾਹਰਣ ਦੇ ਤੌਰ 'ਤੇ ਪੰਛੀਆਂ ਦੀ ਅੱਖ ਵਿੱਚ ਝਿੱਲੀ, ਜਿਸ ਨੂੰ ਅਸੀਂ ਨਿਕਟੀਟੇਟਿੰਗ ਮੈਂਬਰੇਨ ਕਹਿੰਦੇ ਹਾਂ, ਅਜੇ ਵੀ ਉਹਨਾਂ ਦੀਆਂ ਅੱਖਾਂ ਸਾਫ਼ ਕਰਦੀ ਹੈ। ਕਿਤੇ ਧਿਆਨ ਨਾਲ ਦੇਖਿਓ, ਕਿਸੇ ਪੰਛੀ ਨੂੰ ਬੈਠੇ ਵੇਖਿਓ, ਉਹਦੀ ਅੱਖ ਉੱਪਰੋਂ ਝਿੱਲੀ ਲਗਾਤਾਰ ਉਸ ਨੂੰ ਸਾਫ਼ ਕਰਦੀ ਰਹਿੰਦੀ ਹੈ। ਪਰ ਮਨੁੱਖ ਦੀ ਅੱਖ ਵਿੱਚ ਇਹ ਝਿੱਲੀ ਹੁਣ ਵੈਸਟੀਜੀਅਲ ਆਰਗਨ ਬਣ ਚੁੱਕੀ ਹੈ। ਇਸੇ ਲਈ ਗੁਰੂ ਸਾਹਿਬ ਨੇ ਸਿੱਖਾਂ ਨੂੰ ਸਰੀਰ ਤੋਂ ਕਿਸੇ ਇੱਕ ਵਾਲ ਨੂੰ ਵੀ ਹਟਾਉਣ ਤੋਂ ਵਰਜਿਆ ਹੈ। ਸਾਡੀ ਚਮੜੀ ਵਿੱਚ ਤਕਰੀਬਨ 5 ਮਿਲੀਅਨ ਜਾਣੀ 50 ਲੱਖ ਵਾਲ ਪੈਦਾ ਕਰਨ ਵਾਲੇ ਫੋਲੀਕਲ ਹੁੰਦੇ ਹਨ। ਹਰ ਇੱਕ ਫੋਲੀਕਲ ਵਿੱਚ ਵਾਲ ਬਣਾਉਣ ਵਾਲੀਆਂ ਗਲੈਂਡ ਤੋਂ ਇਲਾਵਾ ਸਟੈਮ ਸੈੱਲ ਹੁੰਦੇ ਹਨ। ਸਟੈਮ ਸੈੱਲ ਬਹੁਤ ਹੀ ਇੱਕ ਜ਼ਰੂਰੀ ਹਿੱਸਾ ਹੈ। ਇਹ ਸਟੈਮ ਸੈੱਲ ਚਮੜੀ ਦੇ ਜ਼ਖਮਾਂ ਨੂੰ ਤੁਰੰਤ ਠੀਕ ਕਰਦੇ ਹਨ। ਇਸ ਲਈ ਸਾਡੇ ਸਰੀਰ ਦੇ ਹਰੇਕ ਸੂਖਮ ਤੋਂ ਸੂਖਮ ਹਿੱਸੇ ਦਾ ਇੱਕ ਖਾਸ ਕੰਮ ਹੁੰਦਾ ਹੈ। ਇਸ ਨੂੰ ਕਦੇ ਵੀ ਨਾ ਵਿਗਾੜੋ। ਜਿਵੇਂ ਅੰਗ 1084 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਸਾਹਿਬ ਜੀ ਕਹਿੰਦੇ ਹਨ, ਨਾ ਪਾਕ ਪਾਕ ਕਰ ਹਦੂਰ ਹਦੀਸਾ, ਸਾਬਤ ਸੂਰਤ ਦਸਤਾਰ ਸਿਰਾਬ। ਹੇ ਬੰਦੇ, ਵਿਕਾਰਾਂ ਵਿੱਚ ਮਲੀਨ ਹੋ ਰਹੇ ਮਨ ਨੂੰ ਪਵਿੱਤਰ ਕਰਨ ਦਾ ਯਤਨ ਕਰ।
ਇਹੀ ਹੈ ਰੱਬੀ ਮਿਲਾਪ ਪੈਦਾ ਕਰਨ ਵਾਲੀ ਸ਼ਰ੍ਹਾ ਦੀ ਕਿਤਾਬ। ਆਪਣੀ ਸ਼ਕਲ ਨੂੰ ਜਿਉਂ ਦਾ ਤਿਉਂ ਰੱਖ, ਇਹ ਇੱਜ਼ਤ ਆਦਰ ਪ੍ਰਾਪਤ ਕਰਨ ਦਾ ਵਸੀਲਾ ਬਣ ਜਾਂਦਾ ਹੈ। ਆਪਣੀ ਸ਼ਕਲ ਨੂੰ ਜਿਉਂ ਦਾ ਤਿਉਂ ਰੱਖ, ਨੋ ਡਿਸਟੋਰਸ਼ਨ, ਇਹ ਇੱਜ਼ਤ ਆਦਰ ਪ੍ਰਾਪਤ ਕਰਨ ਦਾ ਵਸੀਲਾ ਬਣ ਜਾਂਦਾ ਹੈ। Credit and thanks. Special thanks to Dr. Kulbir Singh Thind and his son Jasjit Singh Thind, owners of the websites sirigranth.org and gurugranthdarpan.net, and their entire team of translators, assistants for providing Gurbani in digital form, for spreading the word of Guru to entire humanity. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।